ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਰਵਿਦਾਸ ਜੀ ਕੀ। ਰਾਗ ਸੋਰਠ। ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓंकार सतगुर प्रसाद। जब हम होते तब तू नाही, अब तू ही मैं नाही। अनल अगम जैसे लहर में, उदत जल केवल जल माही। माधवे क्या कहिए परम ऐसा, जैसा मानिए होए न तैसा। रहाओ। नरपत एक ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ। ਅਛਤ ਰਾਜ ਬਿਸਰ ਦੁਖ ਪਾਇਆ, ਸੋ ਗਤ ਪਈ ਹਮਾਰੀ। राज भयंग प्रसंग जैसे है, अब कछ मर्म जनाया। अनक कटक जैसे भूल परे, अब कहते कहे न आया। सर्व एक अनेके स्वामी, सब घट भुगवे सोई। कहे रविदास हाथ पै नेरे, सहजे होए सो होई। की समझाउणा भगत जी आपां नूं? भगत जी आपां नूं समझाउंदे है ਭਰਮ ਬਾਰੇ। ਬਾਣੀ ਆਪਾਂ ਨੂੰ ਦੋ ਹੀ ਪੱਖ ਸਮਝਾਉਂਦੀ, ਲੋਕ ਤੇ ਪਰਲੋਕ। ਭਰਮ ਇੱਕ ਐਸੀ ਚੀਜ਼ ਹੈ, ਹੰਕਾਰ ਇੱਕ ਐਸੀ ਚੀਜ਼ ਹੈ ਜਿਹਨੂੰ ਸਮਝਣਾ ਬੜਾ ਕਠਿਨ ਹੈ। ਨਾਮ ਉਸ ਤੋਂ ਵੀ ਕਠਿਨ ਹੈ। ਪਰ ਬਾਣੀ ਗੁਰੂ ਭਗਤ ਸਾਹਿਬਾਨਾਂ ਨੇ ਸਮੇਂ ਸਮੇਂ ਅਨੁਸਾਰ ਸ੍ਰਿਸ਼ਟੀ ਨੂੰ ਪ੍ਰੇਰਿਆ, ਆਪਦੇ ਸਮੇਂ ਸਮੇਂ ਅਨੁਸਾਰ ਸਮਝਾਇਆ। ਅੱਜ ਆਪਣੇ ਕੋਲੇ ਭਗਤ ਗੁਰੂ ਸਾਹਿਬਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹਦੇ ਨਾਲ ਆਪਾਂ ਜੋੜਨਾ, ਫਿਰ ਇਹ ਆਪਣਾ ਭਰਮ ਜਾਣਾ ਵਾ। ਭਗਤ ਜੀ ਸਮਝਾਉਂਦੇ ਆ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗੰਮ ਜੈਸੇ ਲਹਿਰ ਮੈਂ, ਉਦਤ ਜਲ ਕੇਵਲ ਜਲ ਮਾਹੀ। ਇਹ ਆਪਾਂ ਭਗਤੀ ਦੀ ਵਿਚਾਰ ਲਈਏ ਪੂਰੀ ਦੀ, ਫਿਰ ਆਪਾਂ ਨੂੰ ਸਮਝ ਆਓ। ਭਗਤ ਜੀ ਸਮਝਾਉਂਦੇ ਜਿਵੇਂ ਅਨਲ ਪਾਣੀ ਸਮੁੰਦਰ ਦੇ ਵਿੱਚ ਲਹਿਰਾਂ ਉੱਡਦੀਆਂ ਨੇ, ਹੁੰਦਾ ਤਾਂ ਪਾਣੀ ਹੀ ਆ ਉਹ, ਪਰ ਆਪਾਂ ਲਹਿਰ ਨੂੰ ਵੱਖਰਾ ਰੂਪ ਦਿੰਦੇ ਹਾਂ। ਐਵੇਂ ਸਾਡੀ ਬੁੱਧੀ ਤੋਂ ਪਕੜ ਤੋਂ ਪਰੇ ਹੈ ਉਹ ਅਗੰਮ। ਜਿਵੇਂ ਪਾਣੀ ਨੂੰ ਪਤਾ ਨਹੀਂ ਵੀ ਮੈਂ ਕਿਹਦੇ ਕਰਕੇ ਉੱਠਦੀ ਹੈ, ਆਪਦੇ ਮੂਲ ਨੂੰ ਅਲੱਗ ਹੁੰਦੀ ਹੈ। ਉਹ ਹਵਾ ਕਰਕੇ, ਹਵਾ ਹੁੰਦੀ ਹੈ ਤਾਂ ਲਹਿਰ ਪੈਦਾ ਹੁੰਦੀ ਹੈ। ਐਵੇਂ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ ਤਾਂ ਐਂ ਅਸੀਂ ਲੱਗ ਰਹਿੰਦੇ ਹਾਂ ਅਤੇ ਸਾਡਾ ਵਜੂਦ ਬਣਿਆ ਰਹਿੰਦਾ ਹੈ। ਅਗੰਮ ਹੁੰਦਾ ਜਿਹੜਾ ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ ਹੋਵੇ। ਫਿਰ ਵੀ ਅਸੀਂ ਜਦੋਂ ਜਹਿਦ 'ਚ ਲੱਗੇ ਹੋਏ ਹਾਂ, ਪਰ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ, ਇਹ ਤਾਂ ਉਹਦੀ ਕਿਰਪਾ ਲੈਣੀ ਹੈ, ਵਿਚਾਰਧਾਰਾ ਨਾਲ ਜੁੜਨਾ, ਫਿਰ ਸਾਨੂੰ ਸਮਝ ਆਉਣੀ ਆ। ਜਿਵੇਂ ਸਮੁੰਦਰ 'ਚ ਲਹਿਰ ਉੱਠੀ ਸੀ ਤਾਂ ਜਲ ਹੀ, ਜਦੋਂ ਗਿਆਨ ਹੋਇਆ ਗੁਰੂ ਸ਼ਬਦ ਦਾ, ਇੱਛਾ ਸਮਾਪਤ ਹੋਈਆਂ ਤਾਂ ਮੈਂ ਚਲੀ ਜਾਂਦੀ ਹੈ। ਨਹੀਂ, ਹਉਮੈ ਦਾ ਪਤਾ ਨਹੀਂ ਲੱਗਦਾ, ਭਰਮ ਦਾ ਪਤਾ ਨਹੀਂ ਲੱਗਦਾ। ਨਾਨਕ ਸੂਤ ਕੇ ਉਤਰੇ ਨਾ ਉਤਰੇ, ਗਿਆਨ ਉਤਾਰੇ ਤੋਏ। ਗਿਆਨ ਨਾਲ ਲੈਂਦਾ ਹੈ ਭਾਈ, ਗੁਰੂ ਸ਼ਬਦ ਦੇ ਗਿਆਨ ਨਾਲ ਸਾਨੂੰ ਸਾਰੀ ਖੇਲ ਸਮਝ ਆ ਜਾਂਦੀ ਹੈ। ਇਵੇਂ ਭਗਤ ਜੀ ਨੇ ਸਮਝਾਇਆ। ਫਿਰ ਕਹਿੰਦੇ ਤੂੰ ਹੀ ਆ ਹੁਣ, ਹਉਮੈ ਤਾਂ ਰਹੀ ਹੀ ਨਹੀਂ ਹੈਗੀ। ਇਵੇਂ ਕੋਈ ਵੀ ਜੀਵ ਜੇ ਭਗਤੀ ਕਰੂਗਾ ਉਹਨੂੰ ਪ੍ਰਾਪਤੀ ਹੋਊਗੀ, ਕੁਦਰਤ ਦਾ ਦਰਸ਼ਨ ਹੋਊਗਾ, ਜਿਹਦੀ ਖਾਤਰ ਮਨੁੱਖਾ ਦੇਹੀ ਆਪਾਂ ਨੂੰ ਮਿਲੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਐਸਾ ਹੈ ਭਰਮ ਜੋ ਅਸੀਂ ਮੰਨੀ ਬੈਠੇ ਹਾਂ, ਉਹ ਨਹੀਂ ਹੈ ਭਾਈ। ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ। ਅਚਤ ਰਾਜ ਬਿਸਰ ਦੁਖ ਪਾਇਆ, ਸੋ ਗਤ ਪਈ ਹਮਾਰੀ। ਐਸੀ ਗਤੀ ਹੋ ਗਈ, ਕੈਸੀ, ਜਿਵੇਂ ਅਸੀਂ ਸੁਪਨੇ ਦੇ ਵਿੱਚ, ਸੁਪਨੇ ਅਸੀਂ ਜਦ ਤੱਕ ਨਹੀਂ ਪ੍ਰਗਟ ਕਰਕੇ ਦੱਸ ਸਕਦੇ, ਸੁਣਾ ਸਕਦੇ ਕਿਸੇ ਨੂੰ, ਜਦ ਤੱਕ ਸਾਡਾ ਸੁਪਨਾ ਟੁੱਟਦਾ ਨਹੀਂ ਹੈਗਾ। ਹੈ ਤਾਂ ਜੀਵ ਰਾਜਾ, ਪਰ ਸੁਪਨੇ ਵਾਲੇ ਜੀਵਨ 'ਚ ਆ ਕੇ ਭਿਖਾਰੀ ਬਣ ਗਿਆ। ਸੰਸਾਰ ਦੇਖਦੇ ਹੀ ਆਪਾਂ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦਾਤਾ ਤਾਂ ਇੱਕ ਹੀ ਹੈ ਸਾਰਿਆਂ ਨੂੰ ਦੇਣ ਵਾਲਾ, ਪਰ ਸਾਰੇ ਅਸੀਂ ਭਿਖਾਰੀ ਬਣੇ ਹੋਏ। ਐਵੇਂ ਸੁਪਨੇ ਵਾਲਾ ਜੀਵਨ ਹੈ ਸਾਡਾ ਇਹ, ਪਰ ਮੰਨਦੇ ਨਹੀਂ ਅਸੀਂ। ਪਿੱਛੇ ਵੀ ਆਪਾਂ ਵਿਚਾਰਿਆ ਭਰਮ ਹੈ। ਜਿਵੇਂ ਕੋਈ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣ ਜੇ, ਭਿਖਾਰੀ ਬਣ ਕੇ ਫਿਰਦਾ ਹੋਵੇ,
ਇਹ ਜੀ ਗੱਲ ਹੈ ਭਾਈ। ਇਹ ਵੀ ਸਮਝਣਾ ਔਖਾ, ਪਰ ਗਿਆਨ ਤੋਂ ਬਾਅਦ ਸਮਝ ਆ ਜੂ। ਜੀਵ ਆਤਮਾ ਰਾਜਾ ਹੀ ਹੈ, ਆਪਦੇ ਮੂਲ ਨੂੰ ਟੁੱਟ ਕੇ ਹਰ ਨਾਲੋਂ ਸੱਚਖੰਡ ਚੋਂ ਜੰਮਣ ਮਰਨ ਚ ਆ ਗਈ। ਹੁਣ ਇਹਦੀ ਖੁਆਰੀ ਹੈ, ਜਿਹੜਾ ਅਛਤ ਰਾਜ ਸੀ ਇਹਦਾ ਉਹ ਤੋਂ ਵਿਛੜ ਗਿਆ, ਹੁਣ ਇਹ ਭਿਖਾਰੀ ਬਣਿਆ ਹੋਇਆ। ਜਦੋਂ ਰਾਜੇ ਦਾ ਸੁਪਨਾ ਟੁੱਟਦਾ ਹੈ ਤਾਂ ਹੁੰਦਾ ਤਾਂ ਰਾਜਾ ਹੀ ਆ ਉਹ, ਪਰ ਉਹ ਭਿਖਾਰੀ ਬਣਿਆ ਹੁੰਦਾ ਹੈ। ਇਵੇਂ ਸੰਸਾਰੀ ਸੁਪਨਾ ਇਹ ਦੇਖ ਰਹੀ ਹੈ ਆਤਮਾ, ਹੈ ਕੁਦਰਤ ਦਾ ਖੇਲ ਹੈ, ਪਰ ਸਾਨੂੰ ਸੱਚ ਲੱਗ ਰਿਹਾ ਹੈ। ਸੁਪਨੇ ਦੇ ਵਿੱਚ ਸੁਪਨਾ ਵੀ ਸੱਚ ਲੱਗਦਾ ਵਾ। ਉਹ ਰਾਜ ਵਿਛੜ ਗਿਆ ਤੋਂ ਹਰ ਵਿਸਰ ਸਦਾ ਖੁਆਰੀ ਦੀ ਖੁਆਰੀ ਹੈ ਆਤਮਾ ਦੀ। ਕਿਵੇਂ ਖੁਆਰੀ ਛੁੱਟੂਗੀ? ਗੁਰ ਕੇ ਚਰਨ ਬਾਣੀ ਨਾਲ ਜੁੜ ਕੇ, ਗੁਰ ਸ਼ਬਦ ਦੀ ਕਮਾਈ ਕਰਕੇ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ, ਆਪਾਂ ਭਾਣੇ 'ਚ ਰਹਿ ਕੇ ਸਿਰ ਨੀਵਾਂ ਕਰਕੇ ਇਹ ਪ੍ਰਾਪਤੀ ਕਰਨੀ ਹੈ ਤਾਂ ਹੁੰਦੀ ਹੈ। ਉਹ ਰਾਜ ਵਿਛੜ ਗਿਆ ਤੋਂ ਹੁਣ ਜੰਮਣ ਮਰਨ 'ਚ ਪਿਆ ਹੋਇਆ। ਅਗਲਾ ਫਿਰ ਭਰਮ ਬਾਰੇ ਆਪਾਂ ਨੂੰ ਸਮਝਾ ਰਿਹਾ ਭਗਤ ਜੀ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿ ਨਾ ਆਇਆ। ਇਹ ਵੀ ਭਰਮ ਬਾਰੇ ਸਮਝਾ ਰਹੇ। ਰਾਜ ਭਿਅੰਗ ਦਾ ਇੱਕ ਪ੍ਰਸੰਗ ਹੈ, ਪਿੱਛੇ ਤੋਂ ਚੱਲਿਆ ਆਉਂਦਾ ਹੈ। ਜਿਵੇਂ ਰੱਸੀ ਨੂੰ ਸੱਪ ਸਮਝ ਲਿਆ ਹਨੇਰੇ 'ਚ, ਇਵੇਂ ਅਗਿਆਨਤਾ ਦੇ ਵਿੱਚ ਅਸੀਂ ਇਹ ਸੰਸਾਰ ਨੂੰ ਸੱਚ ਬੰਨੀ ਬੈਠੇ ਹਾਂ। ਉਹ ਪ੍ਰਸੰਗ ਹੈ ਜਿਹੜਾ ਹੁਣ ਅਸੀਂ ਮੰਨ ਲਿਆ, ਜਿਵੇਂ ਉਹਨੇ ਸੁਪਨੇ 'ਚ ਭਿਖਾਰੀ ਮੰਨ ਲਿਆ, ਇਵੇਂ ਉਹ ਰੱਸੀ ਨੂੰ ਸੱਪ ਮੰਨ ਲਿਆ। ਸੱਪ ਤਾਂ ਹੈ ਨਹੀਂ, ਪਰ ਅਸੀਂ ਮੰਨੀ ਬੈਠੇ ਹਾਂ। ਜਿਵੇਂ ਸੋਨੇ 'ਚੋਂ ਕਟਕ 'ਚੋਂ ਗਹਿਣੇ ਬਣ ਜਾਂਦੇ, ਸਾਡਾ ਰੂਪ ਵੱਖਰਾ ਹੋ ਜਾਂਦਾ, ਪਰ ਸਾਨੂੰ ਸਮਝ ਨਹੀਂ ਆਉਂਦੀ ਹੈਗੀ। ਇਹ ਵੀ ਭਰਮ ਬਾਰੇ ਸਮਝਾ ਰਹੇ। ਇਹ ਕਿਵੇਂ ਭਰਮ ਜਾਊਗਾ? ਗਿਆਨ ਨਾਲ। ਭਰਮ ਕੀ ਹੁੰਦਾ? ਹਨੇਰਾ। ਗੁਰ ਪ੍ਰਸਾਦ ਭਰਮ ਕਾ ਨਾਸ। ਉਹ ਵੀ ਇਹ ਤਾਂ ਜਾਊ ਭਾਈ ਜੇ ਉਹ ਕਿਰਪਾ ਹੋ ਕੁਦਰਤ ਦੀ, ਉਹਦੀ ਰਹਿਮਤ ਹੋ। ਉਹੀ ਤਾਂ ਆਪਾਂ ਲੈਣੀ ਹੈ, ਕਰਮ ਕਿਰਪਾ ਲੈਣੀ ਹੈ ਉਹਦੀ। ਆਪਾਂ ਤਾਂ ਆਪ ਹੀ ਕਰਮ ਕਰਨ ਲੱਗ ਗਏ। ਸਰੀਰ ਕਰਕੇ ਆਪਾਂ ਪੂਰਨ ਹੋ ਗਏ, ਤਾਂ ਉਹ ਭੁਲੇਖੇ 'ਚ ਪੈ ਗਏ। ਆਤਮਾ ਕਰਕੇ ਕੋਰੇ ਹੈ। ਇਹ ਆਤਮ ਗਿਆਨ ਹੈ, ਇਹਦੀ ਪ੍ਰਾਪਤੀ ਹੋਊ। ਆਪਾਂ ਨੂੰ ਫਿਰ ਸਮਝ ਆਉਣੀ ਹੈ। ਜਦੋਂ ਫਿਰ ਉਸ ਰੱਸੀ ਦਾ ਪਤਾ ਲੱਗਿਆ, ਭਰਮ ਚਲਿਆ ਗਿਆ ਵੀ ਰੱਸੀ ਸੱਪ ਨਹੀਂ ਸੀਗਾ। ਬਸ ਇਵੇਂ ਭਰਮ ਬਹੁਤ ਇੱਕ ਵੱਡੀ ਖੇਲ ਹੈ। ਭਰਮ ਕੀ ਹੈ? ਹਨੇਰਾ। ਇਹ ਕਿਵੇਂ ਜਾਂਦਾ ਹੈ? ਹਨੇਰਾ ਜਾਂਦਾ ਚਾਨਣ ਨਾਲ, ਰੋਸ਼ਨੀ ਨਾਲ। ਉਹ ਕਿਚੋਂ ਮਿਲਣੀ ਆਪਾਂ ਨੂੰ? ਗੁਰ ਸ਼ਬਦ ਦੇ ਗਿਆਨ 'ਚੋਂ। ਗੁਰਬਾਣੀ ਜਗ ਮੇ ਚਾਨਣ, ਕਰਮ ਬਸੇ ਮਨ ਆਈ, ਕਿਰਪਾ ਨਾਲ ਬਸਣੀ ਹੈ, ਫਿਰ ਹਨੇਰਾ ਜਾਣਾ ਵਾ। ਜਿਵੇਂ ਰਾਤ ਕਿਵੇਂ ਚਲੀ ਜਾਂਦੀ ਹੈ? ਸੂਰਜ ਚੜ੍ਹਨ ਨਾਲ। ਇਵੇਂ ਗਿਆਨ ਦਾ ਸੂਰਜ ਚੜ੍ਹਨਾ ਵਾ। ਜੇ ਸੋ ਚੰਦਾ ਅਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਉਧਾਰ। ਅਗਲੀ ਪੰਕਤੀ ਆਪਾਂ ਫਿਰ ਲਈਏ। ਕੀ ਸਮਝਾਉਂਦੇ ਆ ਭਗਤ ਜੀ? ਸਰਬੇ ਏਕ ਅਨੇਕੇ ਸੁਆਮੀ, ਸਭ ਘਟ ਭੋਗਵੇ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਭਗਤ ਜੀ ਸਮਝਾਉਂਦੇ ਆ ਸੁਆਮੀ ਤਾਂ ਇੱਕ ਹੀ ਹੈ। ਉਹ ਤਾਂ ਅਨੇਕਾਂ ਦੇ ਵਿੱਚ ਵੀ ਹੁੰਦਿਆਂ ਵੀ ਇੱਕ ਵਾ, ਪਰ ਅਸੀਂ ਅਨੇਕ ਹੁੰਦੇ ਹੋਏ ਇੱਕ ਨਹੀਂ ਹੈਗੇ। ਸੱਚਖੰਡ ਦੇ ਵਿੱਚ ਏਕ ਹੈ, ਅਨੇਕ। ਅਨੇਕ ਹੁੰਦੇ ਵੀ ਇੱਕ ਹੈ, ਅਨੇਕ ਹੈ ਫਿਰ ਏਕ ਹੈ। ਇੱਥੇ ਅਨੇਕ ਹੁੰਦੇ, ਅਸੀਂ ਇੱਕ ਨਹੀਂ ਹੈਗੇ। ਭਰਮ ਰਹਿੰਦਾ ਹੀ ਰਹਿੰਦਾ। ਭਰਮ ਬਾਰੇ ਭਗਤ ਜੀ ਨੇ ਸਮਝਾਇਆ। ਸੁਆਮੀ ਤਾਂ ਇੱਕ ਹੈ, ਸਭ ਘਟ ਭੋਗਵੇ ਸੋਈ। ਸਾਰੇ ਉਹਦੀ ਕਿਰਪਾ ਨਾਲ ਸਾਡਾ ਜੀਵਨ ਚੱਲ ਰਿਹਾ ਵਾ। ਕਹਿ ਰਵਿਦਾਸ ਹਾਥ ਪੈ ਨੇੜੇ। ਫਿਰ ਭਰਮ ਬਾਰੇ ਸਮਝਾ ਰਹੇ ਨੇ ਵੀ ਹੱਥ ਨੂੰ ਵੀ ਨੇੜੇ ਹੈ। ਜਿਵੇਂ ਹੱਥ 'ਤੇ ਆਪਾਂ ਕੋਈ ਚੀਜ਼ ਰੱਖ ਲਈਏ, ਉਹਦੇ ਉੱਪਰ ਦੂਜੀ ਰੱਖ ਲਈਏ, ਬਸ ਐਂ ਪੜਦਾ ਹੀ ਪਿਆ ਸਾਡੀ ਮਨ ਦੇ। ਭਰਮ ਕੀ ਪਰਦੇ ਸਤਿਗੁਰ ਖੋਲੇ। ਇਹ ਆਪਾਂ ਪ੍ਰਾਪਤੀ ਕਰਨੀ ਹੈ ਭਾਈ। ਜੋ ਭਗਤ ਜੀ ਨੇ ਸਮਝਾਇਆ ਆਪਾਂ ਨੂੰ, ਇਹ ਭਰਮ ਹੈ। ਭਰਮ ਤੋਂ ਬਾਅਦ ਫਿਰ ਕੁਦਰਤ, ਫਿਰ ਉਹੀ ਹੁੰਦੀ ਹੈ। ਫਿਰ ਮੈਂ ਨਹੀਂ ਰਹਿੰਦੀ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਰਸਨਾ ਜਪਤੀ ਤੂੰ ਹੀ ਤੂੰ। ਫਿਰ ਕੀ ਕਹਿੰਦਾ ਹੈ? ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵੀ, ਅਗਨਿਤ ਭਰੇ ਭੰਡਾਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇ ਜੰਤ ਉਪਾਏ, ਤਿਨਾ ਵੀ ਰੋਜੀ ਦੇ। ਮਾਣਕ ਕੀ ਟੇਕ ਬਿਰਥੀ ਜਾਨ, ਦੇਵਨ ਕੋ ਏਕੇ ਭਗਵਾਨ, ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ। ਫਿਰ ਐਂ ਕਹਿੰਦੇ ਆਪਾਂ। ਇਹ ਫਿਰ ਆਪਾਂ ਨੂੰ ਪ੍ਰਾਪਤੀ ਤਾਂ ਹੋ ਭਾਈ ਜੇ ਗੁਰ ਕੀ ਚਰਨ ਬਾਣੀ ਨਾਲ ਜੁੜਾਂਗੇ ਆਪਾਂ। ਇਹ ਰਵਿਦਾਸ ਜੀ ਦਾ ਆਪਾਂ ਸ਼ਬਦ ਲਿਆ, ਇਹਨੂੰ ਪਿਆਰ ਨਾਲ ਸਮਝਣਾ ਵਾ। ਇਹ ਗੁਰਦੇਵ ਨੇ, ਗਿਆਨ ਦੇ ਦੇਵ ਨੇ। ਇਹ 'ਚੋਂ ਗਿਆਨ ਪ੍ਰਗਟ ਹੋਣਾ ਆਪਾਂ ਨੂੰ। ਫਿਰ ਗੁਰਦੇਵ ਦਾ ਦਰਸ਼ਨ ਹੋਣਾ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਗੁਰਦੇਵ ਕਿਰਪਾ ਕਰ, ਇਹ ਵਿਕਾਰਾਂ ਤੋਂ ਸਾਡਾ ਖਹਿੜਾ ਛੁੱਟ ਜਾਏ, ਜਮਾਂ ਤੋਂ। ਫਿਰ ਹੀ ਭਰਮ ਜਾਊਗਾ ਭਾਈ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਵਿਚਾਰਧਾਰਾ ਨਾਲ ਜੁੜੀਏ, ਸਾਨੂੰ ਵੀ ਇਹ ਪ੍ਰਾਪਤੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।